हेलो एवरीवन, वेलकम टू विक्टर्स नॉलेज। दिस इज शीनू शर्मा। सो आज मैं ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਡਿਮਾਂਡਡ एग्जाम बारे डिस्कशन ਕਰਨ ਜਾ ਰਹੀ ਹਾਂ। ਸੋ ਮੈਨੂੰ ਬਾਰ-ਬਾਰ ਈਮੇਲਸ ਆ ਰਹੀਆਂ ਸੀ, ਕਾਫੀ ਸਾਰੇ ਸਟੂਡੈਂਟਸ ਰਿਕੁਐਸਟ ਕਰ ਰਹੇ ਸੀ ਕਿ ਇੱਕ ਵਾਰੀ ਮੈਂ ਪੀਐਸ ਟੈਟ ਦਾ ਜਿਹੜਾ ਐਗਜ਼ਾਮ ਹੋਣਾ ਜਿਹਦੀ ਐਕਸਪੈਕਟਡ ਡੇਟ ਹੈ ਦਸੰਬਰ ਸੈਕੰਡ ਵੀਕਐਂਡ, ਸੋ ਉਹਦਾ ਤੁਹਾਡੇ ਨਾਲ ਸਿਲੇਬਸ ਡਿਸਕਸ ਕਰਾਂ। ਨਾਲ ਹੀ ਮੇਨ ਸਟੂਡੈਂਟਸ ਨੂੰ ਇਸ਼ੂ ਸੀ ਕਿ ਮੈਂ ਕੁਝ ਮੇਜਰ ਸੋਰਸਿਸ ਦੱਸਾਂ ਜਿਹੜੇ ਸਟੂਡੈਂਟ ਸੈਲਫ ਸਟੱਡੀ ਕਰਕੇ ਇਸ ਐਗਜ਼ਾਮ ਨੂੰ ਕਲੀਅਰ ਕਰਨਾ ਚਾਹੁੰਦੇ ਨੇ, ਉਹਨਾਂ ਦੀ ਹੈਲਪ ਹੋ ਸਕੇ। ਬਾਕੀ ਪੇਪਰ 1 ਤੇ ਪੇਪਰ 2 ਆਪਾਂ ਨੂੰ ਪਤਾ ਇਹਦੇ ਵਿੱਚ ਦੋ ਪੇਪਰ ਹੁੰਦੇ ਨੇ, ਅਲੱਗ-ਅਲੱਗ ਰਿਕੁਆਇਰਮੈਂਟਸ ਨੇ। ਸੋ ਸਾਰੀਆਂ ਚੀਜ਼ਾਂ ਅੱਜ ਮੈਂ ਤੁਹਾਡੇ ਨਾਲ ਡੀਟੇਲ ਵਿੱਚ ਡਿਸਕਸ ਕਰੂੰਗੀ। ਸਭ ਤੋਂ ਪਹਿਲਾਂ ਆਪਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਦੇਖਾਂਗੇ ਦੋਨੋਂ ਪੇਪਰਾਂ ਦਾ, ਫਿਰ ਮੈਂ ਗੱਲ ਕਰੂੰਗੀ ਪੇਪਰ ਦੇ ਪੈਟਰਨ ਦੀ, ਡੀਟੇਲ ਸਿਲੇਬਸ ਦੀ। ਲਾਸਟ ਵਿੱਚ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਮੇਜਰ ਸੋਰਸਿਸ ਦੱਸੂੰਗੀ ਜਿਹੜੇ ਇਸ ਐਗਜ਼ਾਮ ਨੂੰ ਕਲੀਅਰ ਕਰਨ ਦੇ ਲਈ ਸਫੀਸ਼ੀਐਂਟ ਵੀ ਨੇ, ਤੇ ਤੁਹਾਨੂੰ ਕਿਸੇ ਹੋਰ ਕੋਚਿੰਗ ਇੰਸਟੀਚਿਊਟ ਦੇ ਵੀ ਕੋਈ ਨੋਟਸ ਜਾਂ ਕੁਝ ਵੀ ਹੋਰ ਖਰੀਦਣ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਪ੍ਰੋਪਰ ਆਪਣਾ ਇੱਕ ਪਲਾਨ ਬਣਾ ਕੇ ਟਾਈਮ ਟੇਬਲ ਬਣਾ ਕੇ ਟਾਈਮ ਦੇ ਸਕਦੇ ਹੋ। ਸੋ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੰਪੋਰਟੈਂਟ ਜੋ ਐਕਸਾਈਜ਼ ਟੈਕਸੇਸ਼ਨ ਦਾ ਮੈਂ ਆਨਲਾਈਨ ਕੋਰਸ ਸਟਾਰਟ ਕੀਤਾ ਹੋਇਆ ਹੈ, ਸੋ ਉਹਦੇ ਬਾਰੇ ਡਿਸਕਸ਼ਨ ਕਰਨਾ ਚਾਹੁੰਦੀ ਹਾਂ। ਆਲਰੇਡੀ ਡੀਟੇਲਡ ਵੀਡੀਓ ਇਸ ਕੋਰਸ ਨਾਲ ਰਿਲੇਟਡ, ਇਹਦੇ ਵਿੱਚ ਕਿਹੜੇ-ਕਿਹੜੇ ਮੈਂ ਟੌਪਿਕ ਕਵਰ ਕਰਵਾ ਰਹੀ ਹਾਂ, 90 ਮਾਰਕਸ ਦੇ ਸਿਲੇਬਸ ਵਿੱਚ ਕੀ ਹੋਊਗਾ, ਕੰਪਲੀਟ ਕੋਰਸ ਵਿੱਚ ਤੁਹਾਨੂੰ ਕੀ ਮਿਲੂਗਾ। ਜੇ ਤੁਸੀਂ ਇਕੱਲੇ ਨੋਟਸ ਖਰੀਦਣਾ ਚਾਹੁੰਦੇ ਹੋ ਉਹ ਖਰੀਦ ਸਕਦੇ ਹੋ। ਪ੍ਰਾਈਸ ਡਿਟੇਲਸ ਇਹ ਸਾਰੀਆਂ ਉਰੇ ਮੈਂਸ਼ਨ ਨੇ। ਸੋ ਸਾਰੀ ਜਿਹੜੀ ਵੀਡੀਓ ਹੈ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗੀ, ਸੋ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਤੁਹਾਨੂੰ ਕਿਵੇਂ ਕੋਰਸ ਮਿਲੂਗਾ, ਲੈਕਚਰ ਕਿਵੇਂ ਮਿਲਣਗੇ। ਬਾਕੀ ਜੇ ਫਿਰ ਵੀ ਤੁਹਾਡੀ ਕੋਈ ਹੋਰ ਕੁਇਰੀ ਹੈ ਤਾਂ ਤੁਸੀਂ ਮੈਨੂੰ ਇਸ ਈਮੇਲ ਉੱਤੇ ਆਪਦੀ ਕੁਇਰੀ ਭੇਜ ਸਕਦੇ ਹੋ। ਆਈ ਵਿਲ ਰਿਵਰਟ ਬੈਕ ਟੂ ਯੂ। ਸੋ ਫਰਸਟਲੀ ਵਿਲ ਟਾਕ ਅਬਾਊਟ ਐਜੂਕੇਸ਼ਨਲ ਕੁਆਲੀਫਿਕੇਸ਼ਨ। ਹੁਣ ਜੇ ਤੁਸੀਂ ਪ੍ਰਾਇਮਰੀ ਟੀਚਰ ਬਣਨਾ ਚਾਹੁੰਦੇ ਹੋ, ਪਹਿਲੀ ਤੋਂ 5ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣਾ ਹੈ, ਤਾਂ ਉੱਥੇ ਤੁਹਾਨੂੰ ਪੇਪਰ 1 ਦੇਣ ਦੀ ਜ਼ਰੂਰਤ ਹੈ ਤੇ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਨੇ, ਕਿਹੜੇ-ਕਿਹੜੇ ਬੱਚੇ ਪੇਪਰ ਦੇ ਸਕਦੇ ਨੇ। ਸੋ ਪਹਿਲੀ ਚੀਜ਼ ਹੈ ਕਿ ਤੁਸੀਂ +2 ਕੀਤੀ ਹੋਣੀ ਚਾਹੀਦੀ ਹੈ। ਪ੍ਰਾਇਮਰੀ ਟੀਚਰ ਲਈ +2 ਬੇਸਿਕ ਰਿਕੁਆਇਰਮੈਂਟ ਹੈ, ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ। 50% ਨੰਬਰਾਂ ਦੇ ਨਾਲ ਜਿਹੜਾ 2 ਸਾਲ ਦਾ ਡਿਪਲੋਮਾ ਹੁੰਦਾ ਹੈ ਐਲੀਮੈਂਟਰੀ ਐਜੂਕੇਸ਼ਨ ਦਾ, ਉਹ ਪਾਸ ਕੀਤਾ ਹੋਵੇ ਜਾਂ ਫਿਰ ਤੁਸੀਂ ਉਹਦੇ ਫਾਈਨਲ ਈਅਰ ਦੇ ਵਿੱਚ ਹੋਵੋ। ਸਿਮਿਲਰਲੀ 2 ਸਾਲ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ, ਨਾਲ ਤੁਹਾਡੀ +2। ਜਿਹੜੇ ਸਟੂਡੈਂਟ ਉੱਤੇ 2002 ਦੇ ਰੂਲ ਅਪਲਾਈ ਹੁੰਦੇ ਨੇ ਉਹਨਾਂ ਨੂੰ ਮਿਨੀਮਮ 45% ਨੰਬਰ ਹੀ ਚਾਹੀਦੇ ਨੇ। ਉਸ ਤੋਂ ਬਾਅਦ +2 ਦੇ ਨਾਲ ਜੇ ਕੋਈ ਸਟੂਡੈਂਟ 4 ਸਾਲ ਦੀ ਜਿਹੜੀ ਡਿਗਰੀ ਹੁੰਦੀ ਹੈ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਦੀ, ਉਹਨੂੰ ਪਾਸ ਕੀਤਾ ਹੋਇਆ ਹੈ ਜਾਂ ਉਹਦੇ ਚੌਥੇ ਸਾਲ ਦੇ ਵਿੱਚ ਨੇ, ਲਾਸਟ ਈਅਰ ਦੇ ਵਿੱਚ ਨੇ, ਤਾਂ ਨਾਲ 50% ਨੰਬਰ ਨੇ, ਉਹ ਵੀ ਇਸ ਪੇਪਰ ਨੂੰ ਦੇ ਸਕਦੇ ਨੇ। ਉਸ ਤੋਂ ਬਾਅਦ ਜੇ ਕਿਸੇ ਸਟੂਡੈਂਟ ਨੇ +2 ਦੇ ਨਾਲ 2 ਸਾਲ ਵਾਲਾ ਡਿਪਲੋਮਾ ਸਪੈਸ਼ਲ ਐਜੂਕੇਸ਼ਨ 'ਚ ਕੀਤਾ ਹੋਇਆ ਹੈ ਤੇ 50% ਨੰਬਰ ਨੇ ਜਾਂ ਉਸ ਡਿਪਲੋਮੇ ਦੇ ਫਾਈਨਲ ਈਅਰ 'ਚ ਨੇ, ਤਾਂ ਉਹ ਵੀ ਇਸ ਪੇਪਰ ਲਈ ਐਲੀਜੀਬਲ ਨੇ। ਤੇ ਲਾਸਟਲੀ ਕਿਸੇ ਹੋਰ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਜੇ 2 ਸਾਲ ਦਾ ਐਲੀਮੈਂਟਰੀ ਐਜੂਕੇਸ਼ਨ ਦਾ ਡਿਪਲੋਮਾ ਕੀਤਾ ਹੋਇਆ ਹੈ ਜਾਂ ਉਹਦੇ 'ਚ ਅਪੀਅਰਡ ਨੇ ਤੇ ਨਾਲ ਉਹਨਾਂ ਦੀ ਗ੍ਰੈਜੂਏਸ਼ਨ ਹੈ, ਕਲੀਅਰ ਕੀਤੀ ਹੋਈ ਹੈ ਗ੍ਰੈਜੂਏਸ਼ਨ, ਜਿਵੇਂ BA ਮੰਨ ਲਓ, ਤਾਂ ਉਹ ਵੀ ਇਸ ਪੇਪਰ ਨੂੰ ਦੇ ਸਕਦੇ ਨੇ। ਸੋ ਇਹ ਵਾਲੀ ਰਿਕੁਆਇਰਮੈਂਟ ਵੀ ਤੁਸੀਂ ਧਿਆਨ ਦੇ ਨਾਲ ਦੇਖਣੀ ਹੈ। ਉਸ ਤੋਂ ਬਾਅਦ ਜੇ ਤੁਸੀਂ ਅਪਰ ਪ੍ਰਾਇਮਰੀ ਟੀਚਰ ਬਣਨਾ ਚਾਹੁੰਦੇ ਹੋ, ਐਲੀਮੈਂਟਰੀ ਸਟੇਜ ਤੇ ਕਲਾਸ 6ਵੀਂ ਤੋਂ 8ਵੀਂ ਤੱਕ ਦੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਹੋ, ਤਾਂ ਉੱਥੇ ਜਿਵੇਂ ਪਿੱਛੇ ਸੀ 12th ਕਲਾਸ ਮਿਨੀਮਮ, ਨਾਲ ਉਹਦੇ ਸੀ ਡਿਪਲੋਮਾ, BEd, ਅਲੱਗ-ਅਲੱਗ ਚੀਜ਼ਾਂ, ਸਪੈਸ਼ਲ ਐਜੂਕੇਸ਼ਨ ਵਾਲਾ ਡਿਪਲੋਮਾ। ਜੇ ਤੁਸੀਂ ਅਪਰ ਪ੍ਰਾਇਮਰੀ ਟੀਚਰ ਦੇ ਲਈ ਪੇਪਰ 2 ਦੇਣਾ ਚਾਹੁੰਦੇ ਹੋ ਤਾਂ ਉੱਥੇ ਤੁਹਾਡੀ ਮਿਨੀਮਮ ਰਿਕੁਆਇਰਮੈਂਟ ਆ ਗਈ ਗ੍ਰੈਜੂਏਸ਼ਨ, ਨਾਲ ਤੁਸੀਂ ਪਾਸ ਕੀਤਾ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ 2 ਸਾਲ ਦਾ ਜਿਹੜਾ ਸਰਟੀਫਿਕੇਸ਼ਨ ਹੈ ਟੀਚਿੰਗ ਦੀ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੋਵੇ, ਉਹਦੇ ਫਾਈਨਲ ਈਅਰ ਦੇ ਵਿੱਚ ਹੋਵੋ। ਗ੍ਰੈਜੂਏਸ਼ਨ ਵਿਦ ਮਿਨੀਮਮ 50% ਮਾਰਕਸ ਐਂਡ ਪਾਸਡ ਔਰ ਅਪੀਅਰਿੰਗ ਇਨ, ਜਾਂ ਤੁਸੀਂ 1 ਸਾਲ ਦੀ BEd ਹੈ ਜਿਹੜੀ ਉਹ ਪਾਸ ਕੀਤੀ ਹੋਵੇ ਜਾਂ ਫਿਰ ਉਹਦੇ ਵਿੱਚ ਅਪੀਅਰ ਕੀਤਾ ਹੋਵੇ, ਮਤਲਬ ਉਹਦੇ ਵਿੱਚ ਤੁਸੀਂ ਐਡਮਿਸ਼ਨ ਲਈ ਹੋਵੇ, ਤੁਸੀਂ ਉਹਨੂੰ ਕੰਟੀਨਿਊ ਹਜੇ ਕਰ ਰਹੇ ਹੋ। ਅਗਲੀ ਹੈ candidate has graduation with a minimum of 45% marks, ਪਾਸ ਕੀਤੀ ਹੋਵੇ ਜਾਂ ਅਪੀਅਰ ਕੀਤੀ ਹੋਵੇ BEd by NCT। ਸੋ ਇਹ ਅਗੇਨ ਜਿਹੜੇ ਸਟੂਡੈਂਟ ਤੇ 2002 ਵਾਲੇ ਰੂਲਸ ਲਾਗੂ ਹੁੰਦੇ ਨੇ ਉਹਨਾਂ ਨੂੰ 45% ਨੰਬਰ ਚਾਹੀਦੇ ਨੇ। They have cleared senior secondary 12ਵੀਂ 50% ਨੰਬਰਾਂ ਦੇ ਨਾਲ ਜਿਹੜੀ ਫਾਈਨਲ ਈਅਰ ਦੇ ਵਿੱਚ ਹੋਣ ਜਾਂ ਪਾਸ ਕੀਤੀ ਹੋਵੇ 4 ਸਾਲ ਵਾਲੀ ਬੈਚਲਰ ਇਨ ਐਲੀਮੈਂਟਰੀ ਐਜੂਕੇਸ਼ਨ। ਸੋ ਜਿਹੜੀ 4 ਸਾਲ ਵਾਲੀ ਡਿਗਰੀ ਹੈ, ਪਿੱਛੇ ਵੀ ਸੀ ਉਰੇ ਵੀ ਰਿਕੁਆਇਰਮੈਂਟ ਹੈ। ਸੋ ਇਹ ਸਟੂਡੈਂਟ ਜਿਨ੍ਹਾਂ ਦੀ ਇਹ ਕੁਆਲੀਫਿਕੇਸ਼ਨ ਹੈ ਦੋਨੋਂ ਐਗਜ਼ਾਮਸ 'ਚ ਕੋਈ ਵੀ ਦੇ ਸਕਦੇ ਨੇ।
अगली है सीनियर सेकेंडरी +2 और इट्स इक्विवेलेंट विद 50% ਮਾਰਕਸ ਜਾਂ ਉਹਨਾਂ ਨੇ ਇਹਨਾਂ ਚੋਂ ਕੋਈ ਵੀ ਪਾਸ ਕੀਤੀ ਹੋਵੇ ਜਾਂ ਇਹਦੇ ਲਾਸਟ ਈਅਰ ਦੇ ਵਿੱਚ ਹੋਣ BA BSc ਐਟ BA ਐਟ ਐਜੂਕੇਸ਼ਨ BSc ਐਜੂਕੇਸ਼ਨ ਸੋ ਇਹ ਕੋਈ ਵੀ ਰਿਕੁਆਇਰਮੈਂਟ ਹੋਵੇ ਤਾਂ ਤੁਸੀਂ ਇਸ ਪੇਪਰ ਨੂੰ ਦੇ ਸਕਦੇ ਹੋ। ਲਾਸਟ ਹੈ ਜੇ ਸਪੈਸ਼ਲ ਐਜੂਕੇਸ਼ਨ ਦੇ ਵਿੱਚ 1 ਸਾਲ ਦੀ B.Ed ਕੀਤੀ ਹੋਈ ਹੈ ਜਾਂ ਉਹਦੇ ਤੁਸੀਂ ਵਿੱਚ ਅਪੀਅਰ ਕਰ ਰਹੇ ਹੋ ਉਹਦੇ ਚ ਐਡਮਿਸ਼ਨ ਲਈ ਹੋਈ ਹੈ ਨਾਲ ਤੁਹਾਡੇ ਗ੍ਰੈਜੂਏਸ਼ਨ ਚੋਂ 50% ਨੰਬਰ ਨੇ ਸੋ ਇਹ ਸੀ ਅਲੱਗ-ਅਲੱਗ ਕੁਆਲੀਫਿਕੇਸ਼ਨ ਪੇਪਰ 1 ਤੇ ਪੇਪਰ 2 ਲਈ। ਹੁਣ ਮੈਂ ਤੁਹਾਨੂੰ ਐਗਜ਼ਾਮ ਪੈਟਰਨ ਇੱਕ ਵਾਰੀ ਦੱਸ ਦਿੰਨੀ ਆ ਦੋ ਪੇਪਰ ਨੇ ਜਿਹੜੇ ਸਟੂਡੈਂਟਸ 1st to 5th ਕਲਾਸ ਦੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਨੇ ਪ੍ਰਾਇਮਰੀ ਵਾਲੇ ਨੇ ਉਹਨਾਂ ਲਈ ਪੇਪਰ 1 ਹੈ ਪੇਪਰ 2 ਹੈ ਉਹ ਸਟੂਡੈਂਟਸ ਦੇ ਲਈ ਜਿਹੜੇ 6th to 8th ਨੂੰ ਪੜਾਉਣਾ ਚਾਹੁੰਦੇ ਨੇ। ਸੋ ਜਿਹੜੇ ਦੋਨੋਂ ਪੇਪਰ ਨੇ 1.5 ਨੰਬਰ ਦੇ ਨੇ ਇੱਕ ਕੁਐਸਚਨ 1 ਨੰਬਰ ਦਾ ਹੈ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ 1.5 ਘੰਟੇ ਦਾ ਪੇਪਰ ਹੈ। ਹੁਣ ਪੇਪਰ 1 ਦੇ ਇੱਕ ਵਾਰੀ ਮੈਂ ਤੁਹਾਨੂੰ ਪਹਿਲਾਂ ਸਬਜੈਕਟ ਦੱਸ ਦਿੰਨੀ ਆ ਇਹਨਾਂ ਦੀ ਡਿਟੇਲ ਆਪਾਂ ਅੱਗੇ ਦੇਖਾਂਗੇ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਇਹ ਕੰਪਲਸਰੀ ਹੈ ਲੈਂਗੁਏਜ 1 ਲੈਂਗੁਏਜ 2 ਸੋ ਇਹ ਆਪ ਚੂਜ਼ ਕਰਨੀ ਹੁੰਦੀ ਹੈ ਕਿ ਤੁਸੀਂ ਪਹਿਲੀ ਲੈਂਗੁਏਜ ਇੰਗਲਿਸ਼ ਲੈ ਰਹੇ ਹੋ ਜਾਂ ਫਿਰ ਪੰਜਾਬੀ ਬੇਸਿਕਲੀ ਇੰਗਲਿਸ਼ ਤੇ ਪੰਜਾਬੀ ਦੋ ਲੈਂਗੁਏਜ ਨੇ ਮੈਥ ਹੈ ਇਨਵਾਇਰਨਮੈਂਟ ਹੈ 150 ਨੰਬਰ ਦਾ 30 ਨੰਬਰ ਦੇ ਇਹ ਸਾਰੇ ਸਬਜੈਕਟਸ ਨੇ। ਦੂਜੇ ਪਾਸੇ ਜਿਹੜਾ ਪੇਪਰ 2 ਹੈ ਉਹਦੇ ਵਿੱਚ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਜੀ ਦੈਨ ਉਹੀ ਪੰਜਾਬੀ ਇੰਗਲਿਸ਼ ਮੈਥ ਐਂਡ ਸਾਇੰਸ ਸੋਸ਼ਲ ਸਾਇੰਸ ਤੇ ਨਾਲ ਸੋਸ਼ਲ ਸਟੱਡੀ ਇਹ ਹੁਣ ਡਿਪੈਂਡ ਕਰਦਾ ਕਿ ਤੁਸੀਂ B.Ed ਦੇ ਵਿੱਚ ਕਿਹੜਾ ਕੰਬੀਨੇਸ਼ਨ ਲਿਆ ਸੀ ਸੋ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰੋਗੇ 60 ਨੰਬਰ ਦਾ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਸਬਜੈਕਟ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਪੇਪਰ 1 ਜੋ ਕਲਾਸ 1st to 5th ਪ੍ਰਾਇਮਰੀ ਸਟੇਜ ਵਾਲੇ ਸਟੂਡੈਂਟਸ ਦੇ ਲਈ ਜ਼ਰੂਰੀ ਹੈ ਸੋ ਪੇਪਰ 1 ਦੇ ਵਿੱਚ 30 ਕੁਐਸਚਨ ਆਉਣੇ ਨੇ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਜੀ ਤੇ ਇਹ ਸਾਰਾ ਡੀਟੇਲਡ ਸਿਲੇਬਸ ਹੈ ਇਹਦੀ ਮੈਂ PDF ਵੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗੀ ਸੋ ਤੁਸੀਂ ਉੱਥੋਂ ਦੇਖ ਲਿਓ। ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਗਈ ਪੰਜਾਬੀ ਚੋਂ ਵੀ 30 ਕੁਐਸਚਨ ਆਉਣੇ ਨੇ ਜਿਹੜੇ 15 ਕੁਐਸਚਨ ਆਉਣੇ ਨੇ 15 ਨੰਬਰ ਦੇ ਉਹ ਹੋਣਗੇ ਲੈਂਗੁਏਜ ਕੰਪਰੀਹੈਂਸ਼ਨ ਸੋ ਇਹਦੇ ਵਿੱਚੋਂ ਗ੍ਰਾਮਰ ਵਰਬਲ ਐਬਿਲਿਟੀ ਇਸ ਟਾਈਪ ਦੀਆਂ ਚੀਜ਼ਾਂ ਹੋਣਗੀਆਂ ਕੋਈ ਪੋਇਮ ਆ ਸਕਦੀ ਹੈ ਨਾਲ ਜਿਹੜਾ ਇਹਦਾ ਦੂਜਾ ਭਾਗ ਹੈ 15 ਨੰਬਰ ਦਾ ਉਹਦੇ ਵਿੱਚ ਲੈਂਗੁਏਜ ਡਿਵੈਲਪਮੈਂਟ ਪੰਜਾਬੀ ਭਾਸ਼ਾ ਦੀ ਪੈਡਾਗੋਜੀ ਨਾਲ ਰਿਲੇਟਡ ਕੁਐਸਚਨ ਆਉਣੇ ਨੇ। ਸਿਮਿਲਰਲੀ ਇੰਗਲਿਸ਼ ਦਾ ਵੀ 15 ਨੰਬਰ ਕੰਪਰੀਹੈਂਸ਼ਨ ਬਾਕੀ 15 ਕੁਐਸਚਨ ਪੈਡਾਗੋਜੀ ਦੇ ਲੈਂਗੁਏਜ ਡਿਵੈਲਪਮੈਂਟ। ਉਸ ਤੋਂ ਬਾਅਦ ਮੈਥ ਵਿੱਚ ਵੀ ਜਿਹੜਾ ਫਰਸਟ A ਭਾਗ ਹੈ ਇਹਦੇ ਵਿੱਚ ਆਉਣੇ ਨੇ ਬੇਸਿਕ ਜਿਹੜੇ ਸਬਜੈਕਟ ਹੁੰਦੇ ਨੇ ਮੈਥ ਦੇ ਉਸ ਤੋਂ ਬਾਅਦ ਨਾਲ ਇਹਦੇ ਪੈਡਾਗੋਜੀਕਲ ਇਸ਼ੂਜ਼ ਵੀ ਆਉਣੇ ਨੇ। ਇਨਵਾਇਰਨਮੈਂਟ ਦਾ ਵੀ ਸੇਮ ਹੈ ਪਹਿਲਾਂ ਬੇਸਿਕ ਵਾਲੇ ਜਿਹੜੇ ਸਬਜੈਕਟਸ ਨੇ ਉਹ ਆਉਣਗੇ ਨਾਲ ਫਿਰ ਪੈਡਾਗੋਜੀਕਲ ਇਸ਼ੂਜ਼। ਪੇਪਰ 2 ਜਿਹੜੇ 6 to 8 ਐਲੀਮੈਂਟਰੀ ਸਟੇਜ ਲਈ ਹੈ ਸੋ ਇਹਦੇ ਵਿੱਚ ਸਿਮਿਲਰਲੀ ਜਿਵੇਂ ਆਪਾਂ ਨੇ ਪਿਛਲੇ ਪੇਪਰਸ ਦੇਖਿਆ ਚਾਈਲਡ ਡਿਵੈਲਪਮੈਂਟ ਵਾਲਾ ਤਾਂ ਆਉਣਾ ਹੀ ਆਉਣਾ 30 ਕੁਐਸਚਨ ਹੋਣਗੇ 30 ਨੰਬਰ ਦੇ। ਉਸ ਤੋਂ ਬਾਅਦ ਲੈਂਗੁਏਜ ਇਹ ਵੀ ਸੇਮ ਹੈ ਇੰਗਲਿਸ਼ ਵੀ ਸੇਮ ਹੈ। ਫਿਰ ਗੱਲ ਆਉਂਦੀ ਆ ਕਿ ਤੁਸੀਂ ਸਬਜੈਕਟ ਦਾ ਕੰਬੀਨੇਸ਼ਨ ਕਿਹੜਾ ਚੂਜ਼ ਕਰਨਾ ਹੈ ਸੋ ਹੁਣ ਉਰੇ ਜਿਹੜੇ ਸਟੂਡੈਂਟ ਨੇ ਮੈਥ ਤੇ ਸਾਇੰਸ ਚੂਜ਼ ਕੀਤਾ ਹੈ ਉਹਨਾਂ ਨੂੰ 30 ਕੁਐਸਚਨ ਆਉਣਗੇ ਮੈਥ ਦੇ 30 ਆਉਣਗੇ ਸਾਇੰਸ ਦੇ। ਸਿਮਿਲਰਲੀ ਜਿਵੇਂ ਆਪਾਂ ਨੇ ਪਿੱਛੇ ਦੇਖਿਆ ਸੀ ਮੈਥ ਦੇ ਪੈਡਾਗੋਜੀਕਲ ਇਸ਼ੂਜ਼ ਵੀ ਆਉਣਗੇ ਸਾਇੰਸ ਦੇ ਉਸ ਤੋਂ ਬਾਅਦ ਬੇਸਿਕ ਸਾਰੇ ਸਬਜੈਕਟਸ ਨੇ ਉਹ ਆਉਣਗੇ ਦੈਨ ਪੈਡਾਗੋਜੀਕਲ ਇਸ਼ੂਜ਼ ਆਉਣਗੇ। ਸੋਸ਼ਲ ਸਟੱਡੀਜ਼ ਤੇ ਸੋਸ਼ਲ ਸਾਇੰਸ ਇਹਦੇ ਵਿੱਚ ਹਿਸਟਰੀ ਆਊਗੀ ਜੀਓਗ੍ਰਾਫੀ ਸੋਸ਼ਲ ਐਂਡ ਪੋਲੀਟੀਕਲ ਲਾਈਫ ਉਸ ਤੋਂ ਬਾਅਦ ਪੈਡਾਗੋਜੀਕਲ ਇਸ਼ੂ। ਲਾਸਟ ਤੇ ਹੁਣ ਮੈਂ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਡਿਸਕਸ ਕਰਨ ਜਾ ਰਹੀ ਹਾਂ ਸੋ ਇਹ ਮੇਰੇ ਅਕੋਰਡਿੰਗ ਹੈ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਕੋਈ ਵੀ ਹੋਰ ਸੋਰਸ ਫੋਲੋ ਕਰ ਸਕਦੇ ਹੋ। ਚਾਈਲਡ ਡਿਵੈਲਪਮੈਂਟ ਤੇ ਪੈਡਾਗੋਜੀ ਚਾਹੇ ਪੇਪਰ 1 ਦੀ ਤਿਆਰੀ ਕਰ ਰਹੇ ਹੋ ਚਾਹੇ ਪੇਪਰ 2 ਦੀ ਸ਼ਾਲਿਨੀ ਪੰਜਾਬੀ ਪੀਅਰਸਨ ਕਿਰਨ ਪਬਲਿਸ਼ਰਸ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਬੁੱਕ ਦੇਖ ਲਓ। ਕਿਰਨ ਪਬਲਿਸ਼ਰਸ ਵਾਲੀ ਕਾਫੀ ਇੰਪੋਰਟੈਂਟ ਹੈ ਕਿਉਂਕਿ ਪੇਪਰ 2 ਦੇ ਵਿੱਚ ਜਿਵੇਂ ਥੋੜਾ ਡੀਟੇਲਡ ਸਿਲੇਬਸ ਹੈ ਤਾਂ ਉਹ ਸਿਲੇਬਸ ਇਹ ਬੁੱਕ ਕਵਰ ਕਰਦੀ ਹੈ ਸੋ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਜੀ ਦੇ ਲਈ ਤੁਸੀਂ ਇਹਨਾਂ ਬੁੱਕਸ ਚੋਂ ਫੋਲੋ ਕਰ ਸਕਦੇ ਹੋ ਤੇ ਮੈਂ ਰਿਕੁਐਸਟ ਕਰੂੰਗੀ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਇਸ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਆਪਣੇ ਬੁੱਕਸ ਦੇ ਵਿੱਚੋਂ ਪੁਆਇੰਟਰ ਫਾਰਮ ਦੇ ਵਿੱਚ ਨੋਟਸ ਬਣਾਓ। ਅਗਲਾ ਹੈ ਇੰਗਲਿਸ਼ ਵਿੱਚ ਪੀਅਰਸਨ ਵਾਲੀ ਬੁੱਕ ਬੈਸਟ ਹੈ CTET ਦੀ ਸਪੈਸ਼ਲ ਬੁੱਕ ਆਉਂਦੀ ਹੈ ਸਿਰਫ ਇੰਗਲਿਸ਼ ਲਈ ਉਹਦੇ ਵਿੱਚ ਹੀ ਪੈਡਾਗੋਜੀਕਲ ਇਸ਼ੂਜ਼ ਕਵਰ ਨੇ ਉਹਦੇ ਵਿੱਚ ਹੀ ਬੇਸਿਕ ਕੰਪਰੀਹੈਂਸ਼ਨ ਕਵਰ ਹੈ ਨਾਲ ਜੇ ਤੁਸੀਂ ਪੈਡਾਗੋਜੀਕਲ ਇਸ਼ੂਜ਼ ਨੂੰ ਆਪਣੇ ਆਪ ਨੋਟਸ ਫਾਰਮ ਵਿੱਚ ਕਿਤੋਂ ਹੋਰੋਂ ਤਿਆਰੀ ਕਰਨਾ ਚਾਹੁੰਦੇ ਹੋ ਪੀਅਰਸਨ ਦੀ ਬੁੱਕ ਨਹੀਂ ਲੈਣੀ ਫਿਰ ਤੁਸੀਂ ਇੰਗਲਿਸ਼ ਦੇ ਲਈ
ਕੋਈ ਵੀ ਬੇਸਿਕ ਸਕੂਲ ਲੈਵਲ ਦੀ ਗ੍ਰਾਮਰ ਬੁੱਕ ਨੂੰ ਫੋਲੋ ਕਰ ਸਕਦੇ ਹੋ। ਪੰਜਾਬੀ ਦੇ ਲਈ ਵੀ ਟੈਟ ਦੀ ਸਵਰਨ ਦੀ ਬੁੱਕ ਆਉਂਦੀ ਹੈ, ਉਹ ਬੈਸਟ ਹੈ। ਨਾਲ ਤੁਸੀਂ ਗ੍ਰਾਮਰ ਬੁੱਕ ਫੋਲੋ ਕਰ ਸਕਦੇ ਹੋ 10ਵੀਂ ਤੋਂ 12ਵੀਂ ਤੱਕ ਦੇ ਕਿਸੇ ਵੀ ਕਲਾਸ ਦੀ। ਉਸ ਤੋਂ ਬਾਅਦ ਮੈਥ ਲਈ RS ਅਗਰਵਾਲ ਚੋਂ ਪੇਪਰ 'ਚ ਡਾਇਰੈਕਟਲੀ ਕੁਐਸਚਨ ਆਉਂਦੇ ਨੇ, ਸੋ ਇਹ ਤਾਂ ਤੁਸੀਂ ਡੈਫੀਨੇਟਲੀ ਕਰਨੀ ਹੀ ਕਰਨੀ ਹੈ। ਨਾਲ ਤੁਸੀਂ ਕੁਆਂਟੀਟੇਟਿਵ ਐਪਟੀਟਿਊਡ ਦੇ ਲਈ 6ਵੀਂ ਤੋਂ 10ਵੀਂ ਤੱਕ ਦੀ ਕੋਈ ਵੀ ਆਪਣੀ ਸਕੂਲ ਬੁੱਕ ਫੋਲੋ ਕਰ ਸਕਦੇ ਹੋ। NCERT ਕਰ ਲਓ, CBSE ਚੋਂ ਜੇ ਤੁਸੀਂ ਪੜ੍ਹੇ ਹੋਏ ਹੋ ਉਹਦੀ ਕਰ ਲਓ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਰ ਲਓ, ਸੋ ਕੋਈ ਵੀ ਤੁਸੀਂ 6ਵੀਂ ਤੋਂ 10ਵੀਂ ਕਲਾਸ ਦੀ ਬੁੱਕ ਫੋਲੋ ਕਰ ਸਕਦੇ ਹੋ। EVS ਦੇ ਲਈ ਬੈਸਟ ਬੁੱਕ ਮੰਨੀ ਜਾਂਦੀ ਹੈ ਟੈਟ ਦੇ ਐਗਜ਼ਾਮ ਲਈ ਵਿਲੇ ਪਬਲਿਸ਼ਰਸ ਦੀ, ਸੋ ਇਹਦੇ ਵਿੱਚ ਸਾਰਾ ਜੋ ਐਗਜ਼ਾਮ ਦੀ ਰਿਕੁਆਇਰਡ ਪੈਟਰਨ ਹੈ ਉਹਦੇ ਬੇਸਿਸ ਤੇ ਹੀ ਕੰਟੈਂਟ ਕਵਰ ਕੀਤਾ ਹੋਇਆ ਹੈ। ਬਾਕੀ ਜੇ ਤੁਸੀਂ ਬੁੱਕ ਨਹੀਂ ਖਰੀਦਣਾ ਚਾਹੁੰਦੇ ਤਾਂ ਆਨਲਾਈਨ ਫ੍ਰੀ NCERT ਬੁੱਕ ਦੀ PDF ਮਿਲ ਜਾਂਦੀ ਹੈ। ਸੋ 6ਵੀਂ ਤੋਂ 10ਵੀਂ ਵਿੱਚੋਂ ਤੁਸੀਂ ਟੌਪਿਕ ਦੇਖ ਲੈਣੇ ਨੇ ਸਿਲੇਬਸ ਚੋਂ, ਇਹ ਨਹੀਂ ਕਿ 6ਵੀਂ ਦੀ ਪੂਰੀ ਤੁਸੀਂ ਬੁੱਕ ਪੜ੍ਹਨੀ ਹੈ, ਸਿਰਫ ਜਿਹੜੇ ਸਿਲੇਬਸ ਚ ਟੌਪਿਕ ਨੇ ਉਹ ਟੌਪਿਕ ਹੀ ਤੁਸੀਂ NCERT ਚੋਂ ਕਰੋ। ਸੇਮ ਤੁਸੀਂ ਕਰਨਾ ਹੈ ਹਿਸਟਰੀ ਤੇ ਸਾਇੰਸ ਦੇ ਨਾਲ, ਜੀਓਗ੍ਰਾਫੀ ਦੇ ਨਾਲ, ਸਿਰਫ ਟੌਪਿਕ ਤੁਸੀਂ ਦੇਖ ਲੈਣੇ ਨੇ। ਇਹ ਦੇਖ ਲੈਣਾ ਕਿ ਇਹ 6ਵੀਂ ਦੀ ਕਿਤਾਬ 'ਚ ਹੈ, 7ਵੀਂ ਦੀ ਕਿਤਾਬ 'ਚ ਹੈ, ਸਿਰਫ ਔਰ ਸਿਰਫ ਤੁਸੀਂ ਉਹ ਬੁੱਕ ਤੋਂ ਵਿੱਚੋਂ 6ਵੀਂ ਤੋਂ 10ਵੀਂ ਦੀ ਬੁੱਕ ਵਿੱਚ ਸਕੂਲ ਲੈਵਲ ਦੀ ਜਿਹੜੀ ਬੁੱਕ ਹੈ ਸਪੈਸ਼ਲੀ NCERT ਹੈ, ਜੇ ਉਹ ਟੌਪਿਕ ਐਜ਼ ਇਟ ਇਜ਼ ਦਿੱਤਾ ਹੋਇਆ ਹੈ ਤਾਂ ਉਹਦੇ ਤੋਂ ਬਾਹਰ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈ। ਉਹਨੂੰ ਚੰਗੀ ਤਰ੍ਹਾਂ ਪੜ੍ਹੋ, ਜੋ ਪਿੱਛੇ ਕੁਐਸਚਨ ਦਿੱਤੇ ਹੁੰਦੇ ਨੇ ਉਹਨਾਂ ਨੂੰ ਸੋਲਵ ਕਰੋ, that would be more than sufficient to clear exam। ਨੈਕਸਟ ਆਪਾਂ ਗੱਲ ਕਰਾਂਗੇ ਸੋਸ਼ਲ ਤੇ ਪੋਲੀਟੀਕਲ ਲਾਈਫ ਦੀ। ਇਹਦੇ ਵਿੱਚ ਜਿਵੇਂ ਡੈਮੋਕ੍ਰੇਸੀ ਵਗੈਰਾ ਟੌਪਿਕਸ ਨੇ, ਵੈਸੇ NCERT ਚੋਂ ਵੀ ਕਲੀਅਰ ਹੋ ਜਾਊਗਾ, ਬਟ ਬੈਸਟ ਬੁੱਕ ਹੈ ਦਿਸ਼ਾ ਪਬਲਿਸ਼ਰਸ ਦੀ ਟੈਟ ਦੀ ਸੋਸ਼ਲ ਸਾਇੰਸ ਦੀ, ਸੋ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ। ਲਾਸਟ ਵਿੱਚ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਚੀਜ਼ ਦੱਸਣੀ ਚਾਹੁੰਦੀ ਹਾਂ। ਤੁਸੀਂ ਦੇਖਿਆ ਹੋਊਗਾ ਕਿ ਹਰ ਸਬਜੈਕਟ ਦੇ ਨਾਲ ਪੈਡਾਗੋਜੀਕਲ ਇਸ਼ੂਜ਼ ਐਡ ਕੀਤਾ ਹੋਇਆ ਪਾਰਟ B ਦੇ ਅੰਦਰ, ਚਾਹੇ EVS ਹੈ, ਮੈਥ ਹੈ। ਤੁਸੀਂ ਗੂਗਲ ਤੇ ਸਰਚ ਕਰੋਗੇ ਪੈਡਾਗੋਜੀਕਲ ਇਸ਼ੂਜ਼ ਆਫ ਮੈਥਮੈਟਿਕਸ ਆਫ EVS, ਤੁਹਾਨੂੰ ਪਹਿਲੇ ਨੰਬਰ ਤੇ ਹੀ PDF ਫਾਰਮ ਦੇ ਵਿੱਚ NCERT ਦੀ ਇੱਕ ਫਾਈਲ ਮਿਲ ਜੂਗੀ, ਤੁਸੀਂ ਸਿਰਫ ਉਹਨੂੰ ਪੜ੍ਹਨਾ ਹੈ। ਸਾਰੇ ਸਬਜੈਕਟਸ ਦੀ ਫ੍ਰੀ PDF NCERT ਦੀ ਪੈਡਾਗੋਜੀਕਲ ਇਸ਼ੂ ਤੇ ਸਬਜੈਕਟ ਵਾਈਜ਼ ਆਨਲਾਈਨ ਗੂਗਲ ਉੱਤੇ ਅਵੇਲੇਬਲ ਹੈ। ਤੁਸੀਂ ਉਹਨੂੰ ਡਾਊਨਲੋਡ ਕਰਨਾ ਹੈ, ਉਹਦੇ ਵਿੱਚੋਂ ਹੀ ਤੁਸੀਂ ਚਾਹੇ ਪ੍ਰਿੰਟ ਆਊਟ ਕਢਾ ਕੇ ਉਹਨੂੰ ਹੀ ਪੜ੍ਹ ਲਓ, ਜਾਂ ਜੇ ਤੁਸੀਂ ਪ੍ਰਿੰਟ ਆਊਟ ਨਹੀਂ ਕਢਵਾਉਣਾ ਤਾਂ ਉਹਨੂੰ ਦੇਖ ਕੇ ਆਪਣੇ ਖੁਦ ਦੇ ਪੁਆਇੰਟਰ ਫਾਰਮ ਦੇ ਵਿੱਚ ਨੋਟਸ ਤਿਆਰ ਕਰ ਲਓ। ਸੋ ਜੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਤਿਆਰੀ ਸ਼ੁਰੂ ਕਰੋਗੇ, ਆਈ ਐਮ 100% ਸ਼ੋਰ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਐਗਜ਼ਾਮ ਕਲੀਅਰ ਕਰ ਸਕਦੇ ਹੋ, ਆਸਾਨੀ ਨਾਲ ਕਲੀਅਰ ਕਰ ਸਕਦੇ ਹੋ। ਸੋ ਦੈਟਸ ਆਲ ਫॉर ਟੁਡੇ। ਬਾਕੀ ਜੇ ਤੁਹਾਡੀ ਕੋਈ ਹੋਰ ਕੁਐਰੀ ਹੈ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com।